ਗਲੋਬਲ ਵਾਰਮਿੰਗ ਜਿਹੜਾ ਇਹ ਵਿਸ਼ਵ ਦਾ ਜਿਹੜਾ ਤਾਪਮਾਨ ਵੱਧ ਰਿਹਾ, ਇਹ ਆਪਾਂ ਸਾਰਿਆਂ ਨੇ ਸੁਣਿਆ। ਇਹਦੇ ਤੇ ਬਹੁਤ ਸਾਰੀਆਂ ਡਿਸਕਸ਼ਨਸ ਵੀ ਤੁਸੀਂ ਸੁਣੀਆਂ ਹੋਣੀਆਂ। ਖਾਸ ਕਰਕੇ ਸਾਡੇ ਮੁਲਕ ਦੇ ਵਿੱਚ ਬੀਤੇ ਸਮਿਆਂ ਦੇ ਵਿੱਚ ਜਦੋਂ ਗਲਾਸਗੋ ਦੇ ਅੰਦਰ ਜਿਹੜਾ ਇਹ ਸਾਰੀ ਆ ਕਾਨਫਰੰਸ ਹੋਈ ਆ, ਜਾਂ ਸਾਰੇ ਜਿੱਥੇ ਪੂਰੀ ਦੁਨੀਆ ਦੇ ਆਗੂ ਇਕੱਠੇ ਹੋਏ ਕਿ ਅਸੀਂ ਕਿਵੇਂ ਇਸ ਸਭ ਕਾਸੇ ਨੂੰ ਇਹਨੂੰ ਠੀਕ ਕਰਨਾ, ਜਿਹੜਾ ਸਾਡੇ ਪਲੈਨਟ, ਸਾਡੀ ਧਰਤੀ, ਸਾਡੀ ਅਰਥ ਦਾ ਜਿਹੜਾ ਟੈਂਪਰੇਚਰ ਆ, ਇਹਨੂੰ ਅਸੀਂ ਕਿਵੇਂ ਕਾਬੂ ਵਿੱਚ ਲੈ ਕੇ ਆਉਣਾ, ਤੇ ਆਪਣਾ ਜਿਹੜਾ ਆਬੋ ਹਵਾ ਆ, ਸਾਡਾ ਜਿਹੜਾ ਵਾਤਾਵਰਨ ਆ, ਇਹਨੂੰ ਅਸੀਂ ਕਿਵੇਂ ਠੀਕ ਰੱਖਣਾ, ਇਹਨੂੰ ਅਸੀਂ ਕਿਵੇਂ ਵਿਗੜਨ ਤੋਂ ਬਚਾਉਣਾ। ਇਸ ਵਿਸ਼ੇ ਦੇ ਉੱਤੇ ਜਿਹੜੇ ਆ ਬ੍ਰੇਨ ਸਟੋਰਮਿੰਗ ਸੈਸ਼ਨਸ ਹੋਏ ਵੀ ਨੇ, ਹੋਣੇ ਹੋਰ ਵੀ ਜ਼ਰੂਰੀ ਨੇ, ਇਦੋਂ ਜ਼ਿਆਦਾ ਵੀ ਹੋਣੇ ਚਾਹੀਦੇ। ਤੇ ਇਹਦੇ ਨਾਲ ਪਹਿਲਾਂ ਥੋੜਾ ਜਿਹਾ ਇਹਦਾ ਕੀ ਹਿਸਟਰੀ ਕੀ ਆ ਕਿ ਲਗਾਤਾਰ ਜਿਹੜੀਆਂ ਇਹ ਕਾਨਫਰੰਸਿਸ ਹੋ ਰਹੀਆਂ, ਇਹਨਾਂ ਦੇ ਵਿੱਚ ਵੀ ਜ਼ਿਕਰ ਕੀਤਾ ਜਾ ਰਿਹਾ, ਤੁਸੀਂ ਜਿਹੜਾ ਆਮ ਹੀ ਸੁਣਿਆ ਹੋਣਾ 2 ਡਿਗਰੀ ਜਿਹੜਾ ਸੈਲਸੀਅਸ ਸੀਗਾ, ਉਸ ਤੋਂ ਬਾਅਦ 1.5 ਡਿਗਰੀ ਸੈਲਸੀਅਸ ਆ ਗਿਆ। ਕਿ ਇਹ ਕੀ ਆ ਕਿ ਇਹ ਜੇ ਇੱਥੇ ਤੱਕ ਜਿਹੜਾ ਟੈਂਪਰੇਚਰ ਦੁਨੀਆ ਦਾ ਪਹੁੰਚ ਗਿਆ, ਤੇ ਇਹਦੇ ਜਿਹੜੇ ਆ ਇਹਦੇ ਪ੍ਰਭਾਵ ਆ, ਜਿਹਦੇ ਦੁਸ਼ਪ੍ਰਭਾਵ ਆ, ਜਿਹੜੇ ਇਹਦੇ ਨਤੀਜੇ ਬੜੇ ਹੀ ਖਤਰਨਾਕ ਹੋ ਸਕਦੇ ਨੇ। ਜਿਹੜੇ ਆਈਲੈਂਡਸ ਨੇ, ਜਿਹੜੇ ਟਾਪੂਆਂ ਤੇ ਮੁਲਕ ਨੇ ਸਮੁੰਦਰੀ ਕਿਨਾਰਿਆਂ ਤੇ, ਉਹਨਾਂ ਦੀ ਹੋਂਦ ਹਸਤੀ ਨੂੰ ਕਿੰਨਾ ਜ਼ਿਆਦਾ ਖਤਰਾ ਹੈ, ਇਹ ਲਗਾਤਾਰ ਜਿਹੜੇ ਵਿਗਿਆਨੀ ਆ ਉਹਨਾਂ ਦੇ ਵੱਲੋਂ ਸਾਨੂੰ ਦੱਸਿਆ ਜਾ ਰਿਹਾ। ਇਹ ਮੋਸਟਲੀ ਇਹ ਆ ਜੀ ਕਿ ਜਿਹੜਾ ਇਹ ਆਪਣੀ 19ਵੀਂ ਸਦੀ ਦੇ ਵਿੱਚ ਜਾ ਕੇ ਜਿਹੜਾ ਇਹ ਸਾਰਾ ਇੰਡਸਟਰੀਲਾਈਜੇਸ਼ਨ ਸ਼ੁਰੂ ਹੋਇਆ, ਉਹਨੂੰ ਉਸ ਸਮੇਂ ਤੋਂ ਦੇਖਿਆ ਜਾ ਰਿਹਾ ਕਿ ਉਸ ਸਮੇਂ ਤੋਂ ਹੁਣ ਤੱਕ ਜਿਹੜਾ ਸਾਡਾ ਗਲੋਬਲ ਟੈਂਪਰੇਚਰ ਆ, ਉਹਦੇ ਵਿੱਚ ਕਿੰਨਾ ਜ਼ਿਆਦਾ ਵਾਧਾ ਹੋਇਆ। ਇਹ 1850 ਤੋਂ ਲੈ ਕੇ ਜਿਹੜਾ ਪੀਰੀਅਡ ਆ ਨਾ, 1850 ਤੋਂ 1900 ਦੇ ਵਿੱਚ ਇਹ ਪੀਰੀਅਡ ਆ ਜਦੋਂ ਤੋਂ ਇਹ ਸਾਰੀ ਆ ਜਿਹੜੀਆਂ ਫੈਕਟਰੀਜ਼ ਵਗੈਰਾ ਦੀ ਸ਼ੁਰੂਆਤ ਹੋਈ ਆ। ਇਹ 1850 ਤੋਂ 1900 ਦਾ ਇਹ ਜਿਹੜਾ ਟਾਈਮ ਹੈ, ਜਿਹੜੇ ਵਿਗਿਆਨੀ ਆਮ ਤੌਰ ਤੇ ਜਿਹੜਾ ਇਹ ਐਵਰੇਜ ਔਸਤਨ ਜਿਹੜਾ ਟਾਈਮ ਇਸ ਤੋਂ ਯੂਜ਼ ਕਰਦੇ ਨੇ, ਕਿਉਂਕਿ ਉਸ ਤੋਂ ਬਾਅਦ ਫਿਰ ਇਹ ਜਿਹੜਾ ਮਾਡਰਨ ਜਿਹੜਾ ਯੁੱਗ ਸ਼ੁਰੂ ਹੋਇਆ, ਜਿਹੜੀ ਮਾਡਰਨ ਯੁੱਗ ਦੀ ਰਿਲਾਇੰਸ ਸੀਗੀ, ਉਹ ਸਾਰੀ ਕੋਲੇ ਤੇ ਜਿਹੜਾ ਤੇਲ ਤੇ ਗੈਸ ਤੇ, ਕੋਲ, ਆਇਲ ਐਂਡ ਗੈਸ, ਇਹਨਾਂ ਤੇ ਜਿਹੜੀ ਹੋਣੀ ਸ਼ੁਰੂ ਹੋ ਗਈ। ਇਹਦੇ ਕਰਕੇ ਜਿਹੜਾ ਦੁਨੀਆ ਦਾ ਜਿਹੜਾ ਤਾਪਮਾਨ, ਉਹ ਵਿਗਿਆਨੀਆਂ ਦੇ ਦੱਸਣ ਦੇ ਮੁਤਾਬਕ ਉਹ ਲਗਾਤਾਰ ਜਿਹੜਾ ਉਹ ਵੱਧ ਰਿਹਾ ਹੈ। ਇਹ ਪਹਿਲਾਂ ਕਈ ਦਹਾਕਿਆਂ ਤੱਕ ਇਹ ਗੱਲ ਆਉਂਦੀ ਰਹੀ ਕਿ ਇਸ ਸਮੇਂ ਤੋਂ ਲੈ ਕੇ ਇਹ ਜਿਹੜਾ ਇੰਡਸਟਰੀਅਲਾਈਜੇਸ਼ਨ ਆ 1850 ਤੋਂ ਲੈ ਕੇ ਉਸ ਤੋਂ ਬਾਅਦ ਦਾ ਸਮਾਂ ਆ ਜਿਹੜਾ, ਜੇਕਰ ਉਸ ਤੋਂ ਬਾਅਦ ਜਿਹੜਾ ਤਾਪਮਾਨ ਆ ਜਿਹੜਾ, ਜੇਕਰ ਉਹ 2 ਡਿਗਰੀ ਸੈਲਸੀਅਸ ਤੱਕ ਵੱਧ ਗਿਆ, ਜਿਹੜਾ ਦੁਨੀਆ ਦਾ ਗਲੋਬਲ ਟੈਂਪਰੇਚਰ ਆ, ਜੇਕਰ ਉਹ 2 ਡਿਗਰੀ ਸੈਲਸੀਅਸ ਤੱਕ ਵੱਧ ਗਿਆ, ਤਾਂ ਇਹਦੇ ਬਹੁਤ ਜ਼ਿਆਦਾ ਜਿਹੜੇ ਆ ਪ੍ਰਭਾਵ ਬੁਰੇ ਹੋਣਗੇ, ਇਹਦੇ ਡੇਂਜਰਸ ਇੰਪੈਕਟ ਹੋਣਗੇ ਜੇਕਰ ਇਹ ਥ੍ਰੈਸ਼ਹੋਲਡ ਨੂੰ ਪੂਰਾ ਕਰ ਲਿਆ ਗਿਆ, ਭਾਵ ਇਹ ਤੋਂ ਟੱਪ ਗਿਆ ਕਿ ਜੇ 2 ਡਿਗਰੀ ਤੱਕ ਪਹੁੰਚ ਗਿਆ ਜਾਂ 2 ਡਿਗਰੀ ਤੋਂ ਪਾਰ ਚਲੇ ਗਿਆ। ਪਰ 2018 ਦੇ ਵਿੱਚ ਉਹਨਾਂ ਨੇ ਜਿਹੜਾ ਵਿਗਿਆਨੀਆਂ ਵੱਲੋਂ ਇਸ ਐਸਟੀਮੇਟ ਨੂੰ ਵੱਡੇ ਪੱਧਰ ਤੇ ਉਹਨਾਂ ਨੇ ਰਿਵਾਈਜ਼ ਕੀਤਾ, ਤੇ ਉਹਨਾਂ ਨੇ ਇਹਨੂੰ ਹੋਰ ਵੀ ਹੇਠਾਂ ਲੈ ਆਂਦਾ। ਪਰ ਹੁਣ ਉਹਨਾਂ ਦਾ ਇਹ ਕਹਿਣਾ ਕਿ 1.5 ਡਿਗਰੀ ਸੈਲਸੀਅਸ ਤੱਕ ਜਦੋਂ ਇਹ ਜੇ ਇਹਨੂੰ ਵੀ ਪਾਸ ਕਰ ਗਿਆ, ਜਿਹੜਾ ਵਿਸ਼ਵ ਦਾ ਤਾਪਮਾਨ ਆ, ਗਲੋਬਲ ਟੈਂਪਰੇਚਰ ਜਿਹੜਾ, ਤੇ ਇਹਦੇ ਪ੍ਰਭਾਵ ਬਹੁਤ ਹੀ ਖਤਰਨਾਕ ਹੋਣਗੇ। ਇਹ ਹੁਣ ਜਿਹੜਾ ਇਸ, ਕਿਉਂਕਿ ਉਸ ਤੋਂ ਬਾਅਦ ਹੀ ਸਾਰਾ ਕੁਝ ਜਿਹੜਾ ਇੰਡਸਟਰੀਲਾਈਜੇਸ਼ਨ ਤੋਂ ਬਾਅਦ ਜਿਹੜਾ ਬਹੁਤ ਕੁਝ ਸ਼ੁਰੂ ਹੋਇਆ, ਜਿਹਦੇ ਵਿੱਚ ਅਸੀਂ ਜਿਹੜਾ ਕਾਰਖਾਨੇ, ਫੈਕਟਰੀਜ਼, ਫਿਰ ਹੌਲੀ ਹੌਲੀ ਗੱਡੀਆਂ, ਇਹ ਜਿਹੜਾ ਪਹਿਲਾਂ ਆਪਾਂ ਨੂੰ ਪਤਾ ਨਾ ਕਿ ਪਹਿਲਾਂ ਜਿਵੇਂ ਮੈਂ ਕਿਹਾ ਕਿ ਪਹਿਲਾਂ ਦੁਨੀਆ ਇੱਕੋ ਤਰੀਕੇ ਨਾਲ ਚੱਲਦੀ ਆਉਂਦੀ ਸੀ, ਤੇ ਖਾਸ ਕਰਕੇ ਜਿਹੜੇ ਅਸੀਂ ਵੈਸੇ ਤਾਂ ਓਬਵੀਅਸਲੀ ਜਿੰਨੇ ਵੀ ਪੁਰਾਣੇ ਜ਼ਿਆਦਾ ਸਾਡੇ ਬਜ਼ੁਰਗ ਨੇ, ਜਿਹੜੇ ਇਸ ਸਮੇਂ ਜਿਨ੍ਹਾਂ ਦੀ ਉਮਰ 70, 80 ਵੀ ਆ, ਈਵਨ 90 to 100 ਵੀ ਆ, ਉਹਨਾਂ ਨੇ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਇਹ ਬਦਲਾਅ ਦੇਖਿਆ। ਜਿਨ੍ਹਾਂ ਦੇ ਟਾਈਮਾਂ ਦੇ ਵਿੱਚ ਗੱਡੀ ਹੋਣੀ ਕਿਸੇ ਕੋਲ, ਉਹ ਬੜੀ ਵੱਡੀ ਗੱਲ ਹੁੰਦੀ ਸੀ ਕਿ ਗੱਡੀਆਂ ਹੁੰਦੀਆਂ ਹੀ ਨਹੀਂ ਸੀ। ਲਾਈਕ ਹੁਣ ਜਿੱਦਾਂ ਜਿਹੜਾ 47 ਤੋਂ ਪਹਿਲਾਂ ਵਾਲਾ ਜੇਕਰ ਆਪਾਂ ਇੰਡੀਆ ਪਾਕਿਸਤਾਨ ਦੇ ਵਿੱਚ ਦੇਖੀਏ ਤਾਂ, ਤੇ ਉਦੋਂ ਤਾਂ ਉਹ ਜਿਹੜੀਆਂ ਹੁਣ ਵੀ ਅਸੀਂ ਉਹ ਜਿਹੜੀਆਂ ਗੱਡੀਆਂ ਵਗੈਰਾ ਦੇਖਦੇ ਹੋ ਕਿਵੇਂ ਦੀਆਂ ਸੀ, ਕਿਸ ਤਰੀਕੇ ਦੀਆਂ ਸੀ ਉਹ। ਤੇ ਫਿਰ ਹੌਲੀ ਹੌਲੀ ਫਿਰ ਸਮੁੰਦਰੀ ਜਹਾਜ਼ ਲੋਕਾਂ ਨੂੰ ਪਤਾ ਲੱਗਿਆ, ਫਿਰ ਕਿਵੇਂ ਹਵਾਈ ਜਹਾਜ਼ ਵੀ ਕੋਈ ਹੁੰਦਾ, ਫਿਰ ਕੋਈ ਗੱਡੀ ਜਿਹੜੀ ਹੁੰਦੀ ਆ, ਫਿਰ ਉਹ ਗੱਡੀ ਲਾਈਕ ਗੱਡੀ ਪਿੰਡਾਂ ਦੇ ਵਿੱਚ ਆਉਣੀ ਤਾਂ ਮੇਰਾ ਖਿਆਲ ਆ ਆਪਣਾ ਜਿਨ੍ਹਾਂ ਦਾ 80ਵਿਆਂ ਦਾ ਜਨਮ ਹੈ, ਸਾਡੇ ਲਈ ਵੀ ਇੱਕ ਵੱਡੀ ਗੱਲ ਹੀ ਹੁੰਦੀ ਸੀ ਤਕਰੀਬਨ ਜਿਹੜਾ। ਪਰ ਇਹ ਜ਼ਿਆਦਾ ਬਜ਼ੁਰਗਾਂ ਨੇ ਤਾਂ ਬਹੁਤ ਕੁਝ ਦੇਖਿਆ।
ਪਰ ਸਾਡੀ ਜਿਹੜੀ ਮੋਸਟਲੀ ਆਪਾਂ ਸਾਡਾ ਜਿਹੜਾ 80s ਦਾ ਅਰਲੀ 80s ਦਾ ਜਾਂ ਲੇਟ 80s ਦਾ ਜਨਮ ਹੈ, ਈਵਨ ਆਈ ਥਿੰਕ ਜਿਹੜਾ ਅਰਲੀ 90s ਦਾ ਵੀ ਜਿਨ੍ਹਾਂ ਦਾ ਜਨਮ ਹੈ, ਉਹਨਾਂ ਨੇ ਤਾਂ ਉਹਨਾਂ ਦੇ ਲਈ ਇਸ ਕਰਕੇ ਆ, ਉਹਨਾਂ ਨੇ ਜਿਹੜਾ ਇਹ ਮਾਡਰਨ ਯੁੱਗ ਦੀਆਂ ਚੀਜ਼ਾਂ ਉਹਦੇ ਵਿੱਚ ਵੀ ਤਕਰੀਬਨ ਆਪਾਂ ਮੁਹਾਰਤ ਹਾਸਲ ਕਰ ਲਈ ਆ। ਆਪਾਂ ਨੂੰ ਫੋਨ ਵਗੈਰਾ ਚਲਾਉਣੇ ਬਹੁਤ ਵਧੀਆ ਤਰੀਕੇ ਨਾਲ, ਲੈਪਟਾਪ ਵਗੈਰਾ ਚਲਾਉਣੇ ਬਹੁਤ ਵਧੀਆ ਤਰੀਕੇ ਨਾਲ ਆ ਗਏ ਆ। ਤੇ ਉਹਦੇ ਵਿੱਚ ਜਿਹੜਾ ਤੁਸੀਂ ਪਹਿਲਾਂ ਇਹ ਚੀਜ਼ਾਂ ਸੋਚੀਆਂ ਵੀ ਨਹੀਂ ਸੀ ਜਾ ਸਕਦੀਆਂ ਹੁੰਦੀਆਂ। ਮੈਨੂੰ ਯਾਦ ਹੈ ਅਸੀਂ ਪੜ੍ਹਦੇ ਹੁੰਦੇ ਸੀ, ਉਦੋਂ ਇੱਕ ਫਿਲਮ ਆਈ ਸੀ, ਉਹਦਾ ਨਾਮ ਸੀ ਫੰਟੂਸ਼। ਫਿਲਮ ਤਾਂ ਮੇਰਾ ਖਿਆਲ ਜ਼ਿਆਦਾ ਉਹ ਚਰਚਿਤ ਪਤਾ ਨਹੀਂ ਕਿੰਨੀ ਕੁ ਹੋਈ ਸੀ। ਪਰੇਸ਼ ਰਾਵਲ ਹੋਣਾ ਦੀ ਉਹ ਫਿਲਮ ਸੀ ਹਿੰਦੀ ਦੇ ਵਿੱਚ, ਤੇ ਉਹਦੇ ਵਿੱਚ ਇੱਕ ਜਿਹੜਾ ਉਹਨਾਂ ਨੇ ਜਿਹੜਾ ਇਸ ਫਿਲਮ ਦਾ ਸਕਰੀਨ ਪਲੇ ਉਹ ਇਸ ਤਰੀਕੇ ਨਾਲ ਸੈੱਟ ਕੀਤਾ ਸੀ ਕਿ ਇੱਕ ਦੀਵਾਰ ਦੇ ਵਿੱਚ ਦੀ ਉਹ ਜਿਹੜਾ ਉਹ ਪਹੁੰਚ ਜਾਂਦੇ ਆ ਪੁਰਾਣੇ ਸਮੇਂ ਦੇ ਵਿੱਚ, ਜਿਹੜਾ ਪੁਰਾਣੀਆਂ ਸਦੀਆਂ ਦੇ ਵਿੱਚ ਜਿਹੜੇ ਆ ਉਹ ਫਿਲਮ ਦੇ ਕਿਰਦਾਰ ਆ ਉਹ ਪਹੁੰਚ ਜਾਂਦੇ ਆ। ਤੇ ਉਹਦੇ ਵਿੱਚ ਚਲੋ ਉਹ ਪੁਰਾਣੇ ਟਾਈਮ ਦੇ ਵਿੱਚ ਜੋ ਹੁੰਦਾ ਸੀ ਉਹ ਦਿਖਾਲਦੇ ਆ, ਪਰ ਉਹਦੇ ਵਿੱਚ ਇੱਕ ਦਿਖਾਲਦੇ ਆ ਕਿ ਇੱਕ ਬੰਦਾ ਜਿਹੜਾ ਉਹ ਉਹਨੂੰ ਪਾਗਲ ਕਹਿੰਦੇ ਆ ਉਸ ਇਲਾਕੇ ਦੇ ਲੋਕ, ਜਿਹੜੇ ਉਹ ਪੁਰਾਣੇ ਸਮੇਂ ਦੇ ਵਿੱਚ ਜਿੱਥੇ ਉਹ ਕਿਰਦਾਰ ਪਹੁੰਚਦੇ ਨੇ, ਉਸ ਇਲਾਕੇ ਦੇ ਲੋਕ ਉਹ ਬੰਦੇ ਨੂੰ ਪਾਗਲ ਕਹਿੰਦੇ ਨੇ ਕਿ ਇਹਦਾ ਸਿਰ ਫਿਰਿਆ ਹੋਇਆ, ਇਹਨੂੰ ਨਹੀਂ ਪਤਾ, ਇਹ ਕਮਲਾ ਹੋਇਆ। ਤੇ ਉਹ ਬੰਦਾ ਕੀ ਕਰਦਾ ਕਿ ਉਹ ਬੰਦਾ ਇਹ ਕਹਿੰਦਾ ਕਿ ਕੋਈ ਟਾਈਮ ਆਵੇਗਾ ਜਦੋਂ ਜਿਹੜੀ ਆ ਬੰਦੇ ਦੀ ਆਵਾਜ਼ ਉਹ ਹੋਰ ਕਿਤੇ ਖੜਾ ਹੋਇਆ ਕਰੇਗਾ ਤੇ ਦੂਜੀ ਜਗ੍ਹਾ ਤੇ ਸੁਣਿਆ ਜਾਇਆ ਕਰੇਗੀ, ਤਾਂ ਉਹਨੂੰ ਲੋਕੀ ਹੱਸਦੇ ਨੇ ਕਿੱਦਾਂ ਕਿਵੇਂ ਹੋ ਸਕਦਾ। ਸੋ ਇਸ ਤਰੀਕੇ ਦੀਆਂ ਕਿੰਨੀਆਂ ਚੀਜ਼ਾਂ ਕਿ ਜਿਹੜੀਆਂ ਉਸ ਟਾਈਮ ਜੇਕਰ ਆਪਾਂ ਸੋਚੀਏ ਕਿ ਜਿਹੜੀਆਂ ਹੋ ਹੀ ਨਹੀਂ ਸੀ ਸਕਦੀਆਂ, ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਕੋਈ ਇਸ ਤਰੀਕੇ ਦੀ ਗੱਲ ਵੀ ਸੋਚ ਲਵੇ। ਲਾਈਕ ਜਦੋਂ ਈਵਨ ਇਨ ਸਾਡੀ ਸੁਰਤ ਦੇ ਵਿੱਚ ਵੀ ਜਦੋਂ ਟੈਲੀਫੋਨ ਜਿਹੜੇ ਘਰਾਂ ਵਾਲੇ ਲੱਗੇ ਨੇ, ਤਾਂ ਮੋਸਟਲੀ ਪਿੰਡਾਂ ਦੇ ਵਿੱਚ ਤਕਰੀਬਨ ਕਿਸੇ ਸਰਪੰਚ ਦੇ ਘਰ ਜਾਂ ਕਿਸੇ ਹੋਰ ਵੱਡੇ ਤਕਰੀਬਨ ਜਿਹੜਾ ਕੋਈ ਅਹੁਦੇਦਾਰ ਹੁੰਦਾ ਸੀ ਉਹਨਾਂ ਦੇ ਘਰ ਇੱਕ ਅੱਧਾ ਫੋਨ ਹੁੰਦਾ ਸੀ, ਤੇ ਉੱਥੇ ਸਾਰਿਆਂ ਦੇ ਫੋਨ ਪਿੰਡ ਵਾਲਿਆਂ ਦੇ ਆਉਂਦੇ ਹੁੰਦੇ ਸੀ ਕਰਨ ਲਈ। ਤਾਂ ਚਲੋ STD ISD ਵਗੈਰਾ ਹੁੰਦਾ ਸੀ, ਤੇ ਉਹ ਤਾਂ ਸਾਡੇ ਜਿਹੜੇ ਬਜ਼ੁਰਗ ਨੇ ਅਜੇ ਤੱਕ ਦੱਸਦੇ ਨੇ ਕਿ ਪੁਰਾਣੇ ਟਾਈਮ ਦੇ ਵਿੱਚ ਕਿਵੇਂ ਜਦੋਂ ਜਿਹੜਾ ਕਿੱਡੀ ਦੂਰ ਕਿਸੇ ਦੂਰ ਸ਼ਹਿਰ ਜਲੰਧਰ ਵਰਗੇ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਕੋਈ ਕਾਲ ਬੁੱਕ ਕਰਾਉਣੀ ਪੈਂਦੀ ਹੁੰਦੀ ਸੀ ਜਦੋਂ ਕਿਤੇ ਬਾਹਰ ਗੱਲ ਕਰਨੀ ਹੁੰਦੀ ਸੀ, ਜਾਂ ਮੋਸਟਲੀ ਚਿੱਠੀਆਂ ਦੇ ਉੱਤੇ ਹੀ ਗੱਲਬਾਤ ਹੁੰਦੀ ਸੀਗੀ। ਪਿੰਡਾਂ ਦੇ ਵਿੱਚ ਅਸੀਂ ਆਮ ਹੀ ਸੁਨੇਹੇ, ਸਾਨੂੰ ਸਾਰਿਆਂ ਨੂੰ ਆਪਾਂ ਨੂੰ ਜਿਹੜੇ ਜਿਨ੍ਹਾਂ ਦੇ ਘਰ ਫੋਨ ਲੱਗੇ ਹੁੰਦੇ ਸੀ ਕਿ ਫਲਾਣੇ ਦਾ ਫੋਨ ਆਇਆ, ਫਲਾਣੇ ਦਾ ਸੁਨੇਹਾ ਫਲਾਣੇ ਦੇ ਘਰ ਤੱਕ ਪਹੁੰਚਾ ਦਿਓ। ਸੋ ਹੁਣ ਉਸ ਤੋਂ ਬਾਅਦ ਬਹੁਤ ਵੱਡਾ ਜਿਹੜਾ ਬਦਲਾਅ ਆਇਆ, ਬਹੁਤ ਚੇਂਜਸ ਆਏ ਆ, ਉਹ ਆਫਟਰ ਇਹ ਜਿਹੜਾ 90s ਤੋਂ ਸ਼ੁਰੂ ਹੋਇਆ, ਲੇਟ 90s ਤੋਂ, ਜਦੋਂ ਕਹਿ ਲਓ ਕਿ ਜਦੋਂ ਮੋਬਾਈਲ ਫੋਨ ਆਇਆ। ਮੋਬਾਈਲ ਫੋਨ ਦੇ ਨਾਲ ਐਕਚੁਅਲੀ ਜਿਹੜੀ ਇੰਟਰਨੈਟ ਆਈ ਆ, ਇਹਨੇ ਜਿਹੜਾ ਇੱਕਦਮ ਦੁਨੀਆ ਨੂੰ ਚੇਂਜ ਕੀਤਾ। ਇਹ ਸੋਸ਼ਲ ਮੀਡੀਆ ਕਿਉਂਕਿ ਇੰਟਰਨੈਟ ਦਾ ਹੀ ਇੱਕ ਹਿੱਸਾ ਆ, ਇਸ ਸਭ ਕਾਸੇ ਨੇ ਬਹੁਤ ਜ਼ਿਆਦਾ ਇੱਕਦਮ ਦੁਨੀਆ ਨੂੰ ਚੇਂਜ ਕੀਤਾ। ਸ਼ਾਇਦ ਇਹੀ ਸੋਸ਼ਲ ਮੀਡੀਆ ਤੇ ਇੰਟਰਨੈਟ ਹੀ ਆ ਜਿਹਦੇ ਕਰਕੇ ਹਜੇ ਤੱਕ ਸਾਡੇ ਬਹੁਤ ਸਾਰੇ ਖਿੱਤੇ ਦੇ ਸਿਆਸੀ ਆਗੂਆਂ ਨੂੰ ਵੀ ਸਮਝ ਨਹੀਂ ਆ ਰਹੀ ਕਿ ਪਿਛਲੇ ਟਾਈਮਾਂ ਦੇ ਵਿੱਚ ਤੁਸੀਂ ਜਿਵੇਂ ਆਪਣੀ ਰਾਜਨੀਤੀ ਕਰਦੇ ਸੀ ਉਹ ਹੁਣ ਨਹੀਂ ਕਰ ਸਕਣੀ, ਕਿਉਂਕਿ ਹੁਣ ਲੋਕਾਂ ਦੇ ਤੱਕ ਜਾਣਕਾਰੀਆਂ ਪਹੁੰਚਣ ਲੱਗ ਪਈਆਂ। ਹੁਣ ਤੁਸੀਂ ਕੋਈ ਵੀ ਜਾਣਕਾਰੀ ਤੁਸੀਂ ਨਹੀਂ ਲੁਕਾ ਸਕਦੇ, ਤੁਸੀਂ ਜਿਵੇਂ ਮਰਜ਼ੀ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ। ਸੋ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਤੁਸੀਂ ਨਹੀਂ ਰੋਕ ਸਕਦੇ, ਚਾਹੇ ਤੁਸੀਂ ਮੋਬਾਈਲ ਇੰਟਰਨੈਟ ਬੰਦ ਕਰ ਲਓ, ਫਿਰ ਤੁਸੀਂ ਇੰਟਰਨੈਟ ਬੰਦ ਕਰੋਗੇ, ਚਲੋ ਫੋਨ ਵੀ ਬੰਦ ਕਰ ਲਓਗੇ, ਚਲੋ ਵਾਈਫਾਈ ਵੀ ਬੰਦ ਕਰ ਲਓਗੇ, ਸਾਰਾ ਕੁਝ ਵੀ ਬੰਦ ਕਰ ਲਓਗੇ ਨਾ, ਤਾਂ ਫਿਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਮੌਜੂਦ ਨੇ ਜਿਨ੍ਹਾਂ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਜਾਣਕਾਰੀ ਹੁਣ ਉਹ ਨਹੀਂ ਜਿਹੜੀ ਲੁਕੀ ਰਹਿੰਦੀ। ਸੋ ਇਹ ਮਾਡਰਨ ਯੁੱਗ ਦੇ ਜਿੱਥੇ ਫਾਇਦੇ ਵੀ ਨੇ, ਉੱਥੇ ਹੀ ਇਸ ਮਾਡਰਨ ਯੁੱਗ ਦੇ ਕਰਕੇ ਇਹਦੇ ਜਿਹੜੇ ਆ ਨੁਕਸਾਨ ਵੀ ਨੇ। ਪ੍ਰੋ ਐਂਡ ਕੌਨਸ ਜਿਵੇਂ ਆਪਾਂ ਹਮੇਸ਼ਾ ਹੀ ਕਹਿੰਦੇ ਕਿ ਹਰੇਕ ਚੀਜ਼ ਦੇ ਹੁੰਦੇ ਨੇ। ਸੋ ਇਹ ਜਿਹੜੀ ਰਿਪੋਰਟ ਹੈ ਇਹ ਕੀ ਕਹਿੰਦੀ ਆ, BBC ਨੇ ਇਹ ਰਿਪੋਰਟ ਸਾਂਝੀ ਕੀਤੀ ਆ ਕਿ ਜਿਹੜਾ ਰਿਸਰਚਰਸ ਆ ਉਹਨਾਂ ਦਾ ਇਹ ਕਹਿਣਾ ਆ ਕਿ ਹੁਣ 66% ਚਾਂਸਸ ਨੇ ਕਿ ਜਿਹੜਾ 1.5 ਡਿਗਰੀ ਸੈਲਸੀਅਸ ਜਿਹੜੀ ਗਲੋਬਲ ਵਾਰਮਿੰਗ ਦਾ ਜਿਹੜਾ ਥ੍ਰੈਸ਼ਹੋਲਡ ਆ, ਭਾਵ ਜਿਹੜਾ ਇਹ ਰੱਖੀ ਗਈ ਸੀ ਕਿ ਜੇਕਰ 1.5 ਡਿਗਰੀ ਸੈਲਸੀਅਸ ਤੋਂ ਟੱਪਦਾ ਤਾਪਮਾਨ ਜਿਹੜਾ ਗਲੋਬਲ ਟੈਂਪਰੇਚਰ, ਤਾਂ ਇਹਦੇ ਬਹੁਤ ਹੀ ਜਿਹੜੇ ਆ ਨਾ ਪੱਖੀ ਪ੍ਰਭਾਵ ਪੈਣਗੇ ਪੂਰੀ ਦੁਨੀਆ ਦੇ ਉੱਤੇ। ਸੋ ਇਹ ਜਿਹੜਾ 1.5 ਡਿਗਰੀ ਸੈਲਸੀਅਸ ਦਾ ਜਿਹੜਾ ਇਹ ਥ੍ਰੈਸ਼ਹੋਲਡ ਆ, ਇਹ ਹੁਣ ਤੋਂ ਲੈ ਕੇ 2027 ਦੇ ਦਰਮਿਆਨ ਇਹ ਇੱਥੇ ਤੱਕ ਜਿਹੜਾ ਤਾਪਮਾਨ ਪਹੁੰਚ ਸਕਦਾ। ਇਸ ਦੇ 66% ਚਾਂਸਸ ਨੇ ਕਿ
ਇਸ ਸਮੇਂ ਤੋਂ ਲੈ ਕੇ 2027 ਦੇ ਦਰਮਿਆਨ ਜਿਹੜਾ ਦੁਨੀਆ ਦਾ ਟੈਂਪਰੇਚਰ ਆ, ਗਲੋਬਲ ਵਾਰਮਿੰਗ ਦਾ ਜਿਹੜਾ ਉਹ ਗਲੋਬਲ ਟੈਂਪਰੇਚਰ ਜਿਹੜਾ 1.5 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ। ਇਹਦੇ ਕਾਰਨ ਇਸ ਕਰਕੇ ਵਧੇ ਨੇ। ਇਹ ਪਹਿਲਾਂ ਇਹਦੇ ਚਾਂਸਸ ਥੋੜੇ ਸੀ, ਹੁਣ ਜ਼ਿਆਦਾ ਵਧੇ ਨੇ। ਇੱਕ ਤਾਂ ਜਿਹੜੇ ਐਮਿਸ਼ਨਸ ਆ, ਜਿਹੜੀ ਹਿਊਮਨ ਐਕਟੀਵਿਟੀਜ਼ ਤੋਂ ਜਿਹੜੇ ਲਗਾਤਾਰ ਇਹ ਜਿਹੜੇ ਐਮਿਸ਼ਨਸ ਇਹਨਾਂ ਦੇ ਕਰਕੇ ਜਿਹੜਾ ਉਹ ਵੱਧ ਹੀ ਰਿਹਾ ਤਾਪਮਾਨ। ਉਹਦੇ ਨਾਲ ਨਾਲ ਜਿਹੜਾ ਇੱਕ ਇਲ ਨੀਨੋ ਵੈਦਰ ਈਵੈਂਟ ਆ ਜਿਹਦੀ ਇਸ ਸਮਰ ਜਿਹੜਾ ਐਕਸਪੈਕਟ ਕੀਤਾ ਜਾ ਰਿਹਾ, ਉਹਦੇ ਕਰਕੇ ਵੀ ਇਹ ਚਾਂਸਸ ਜ਼ਿਆਦਾ ਵਧੇ ਨੇ। ਹਾਲਾਂਕਿ ਜਿਹੜਾ ਵਿਗਿਆਨੀਆਂ ਦਾ ਕਹਿਣਾ ਆ ਕਿ ਜੇਕਰ ਇਹ 1.5 ਡਿਗਰੀ ਸੈਲਸੀਅਸ ਤੱਕ ਪਹੁੰਚ ਵੀ ਜਾਂਦਾ, ਇਹ ਟੈਂਪਰੇਰੀ ਹੋਵੇਗਾ। ਇਹ ਟੈਂਪਰੇਰੀ ਹੋਣ ਦੀ ਸੰਭਾਵਨਾ ਆ। ਇਟ ਵਿਲ ਲਾਈਕਲੀ ਵੀ ਟੈਂਪਰੇਰੀ। ਸੋ ਇਹ ਟੈਂਪਰੇਰੀ ਹੋਣ ਦੀ ਸੰਭਾਵਨਾ ਆ, ਪਰ ਫਿਰ ਵੀ ਜੇਕਰ ਇਹ ਬਰੀਚ ਹੁੰਦੀ ਆ ਜਾਂ ਕਿ 1.5 ਡਿਗਰੀ ਤੋਂ ਟੱਪਦਾ, ਫਿਰ ਵੀ ਇਹ ਕਾਫੀ ਜ਼ਿਆਦਾ ਜਿਹੜਾ ਇਹ ਚਿੰਤਾਜਨਕ ਆ, ਇਹ ਕਾਫੀ ਜ਼ਿਆਦਾ ਵਾਰਿੰਗ ਆ, ਇਹ ਵਿਗਿਆਨੀਆਂ ਦਾ ਕਹਿਣਾ ਆ। ਸੋ ਇਹ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ 1.5 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਮਤਲਬ ਇਹ ਆ ਕਿ ਸੈਕੰਡ ਹਾਫ ਆਫ ਦਾ 19th ਸੈਂਚੁਰੀ, ਭਾਵ ਉਹੀ ਜਿਹੜਾ ਆਪਾਂ 1850 ਦਾ ਸਮਾਂ ਰੱਖਿਆ ਸੀ, ਕਿ ਉਸ ਤੋਂ ਬਾਅਦ ਹੁਣ ਤੱਕ ਜਿਹੜਾ ਗਲੋਬਲ ਟੈਂਪਰੇਚਰ ਆ ਉਹ 1.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਿਸ ਦੇ ਕਿ ਜਿਵੇਂ ਮੈਂ ਦੱਸਿਆ ਕਿ ਬਹੁਤ ਹੀ ਨਾ ਪੱਖੀ ਪ੍ਰਭਾਵ ਵਿਗਿਆਨੀਆਂ ਵੱਲੋਂ ਕਿਆਸੇ ਜਾ ਰਹੇ ਨੇ। ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਜੇ 2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਤਾਂ ਉਹਦੇ ਬਹੁਤ ਬੁਰੇ ਪ੍ਰਭਾਵ ਤੇ ਖਤਰਨਾਕ ਪ੍ਰਭਾਵ ਪੈਣਗੇ ਪੂਰੀ ਦੁਨੀਆ ਦੇ ਉੱਤੇ, ਪਰ ਫਿਰ ਉਹਨਾਂ ਨੇ ਇਸ 2 ਡਿਗਰੀ ਸੈਲਸੀਅਸ ਦੇ ਥ੍ਰੈਸ਼ਹੋਲਡ ਨੂੰ ਘਟਾ ਕੇ 1.5 ਡਿਗਰੀ ਤੱਕ ਲੈ ਆਂਦਾ ਸੀ ਕਿ 1.5 ਡਿਗਰੀ ਤੱਕ ਜੇਕਰ ਤਾਪਮਾਨ ਪਹੁੰਚਦਾ ਤਾਂ ਉਹਦੇ ਵੀ ਬਹੁਤ ਖਤਰਨਾਕ ਪ੍ਰਭਾਵ ਹੋਣਗੇ। ਸੋ ਹੁਣ ਜਿਹੜੀ ਇਹ ਰਿਪੋਰਟ ਹੈ ਇਹਦੇ ਮੁਤਾਬਕ 2027 ਤੱਕ ਇਸ 1.5 ਡਿਗਰੀ ਤੱਕ ਪਹੁੰਚਣ ਦੇ 66% ਚਾਂਸਸ ਨੇ। ਹਾਲਾਂਕਿ ਟੈਂਪਰੇਰੀ ਹੋਵੇਗਾ, ਪਰ ਫਿਰ ਵੀ ਕਾਫੀ ਚਿੰਤਾਜਨਕ ਹੈ ਇਹ ਜਿੰਨੇ ਵੀ ਵਿਗਿਆਨੀ ਨੇ ਇਹਨਾਂ ਦੇ ਮੁਤਾਬਕ। ਇਹ ਜਿਹੜਾ 1.5 ਡਿਗਰੀ ਸੈਲਸੀਅਸ ਦਾ ਫਿਗਰ ਸੀਗਾ, ਇਹ ਕਹਿ ਲਓ ਕਿ ਇੱਕ ਗਲੋਬਲ ਕਲਾਈਮੇਟ ਚੇਂਜ ਜਿਹੜਾ ਨੈਗੋਸ਼ੀਏਸ਼ਨਸ ਹੈ ਨਾ, ਇਹਦਾ ਸਿੰਬਲ ਬਣ ਕੇ ਸਾਹਮਣੇ ਆਇਆ ਕਿ ਮੋਸਟਲੀ ਜਿੰਨੀਆਂ ਵੀ ਇਹ ਗਲੋਬਲ ਵਾਰਮਿੰਗ ਨੂੰ ਲੈ ਕੇ ਜਾਂ ਦੁਨੀਆ ਦਾ ਜਿਹੜਾ ਇਹ ਆਬੋ ਹਵਾ ਨੂੰ ਲੈ ਕੇ ਜਿੰਨੀਆਂ ਵੀ ਕਾਨਫਰੰਸਿਸ ਹੁੰਦੀਆਂ, ਉਹਦੇ ਵਿੱਚ ਇਹ ਜਿਹੜਾ 1.5 ਡਿਗਰੀ ਸੈਲਸੀਅਸ ਦਾ ਜਿਹੜਾ ਇਹ ਨੰਬਰ ਆ, ਤੁਸੀਂ ਬਹੁਤ ਵਾਰ ਸੁਣਦੇ ਹੋਣੇ ਆ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਇਹਨੂੰ ਅਸੀਂ ਇਹਨੂੰ ਕਿਵੇਂ ਇੱਥੇ ਤੱਕ ਇਸ ਚੀਜ਼ ਨੂੰ ਰੋਕਣਾ ਹੈ, ਇਸ ਕਰਕੇ ਕਾਫੀ ਇਹ ਜਿਹੜਾ ਯੂਜ਼ ਹੁੰਦਾ। ਸੋ ਇਹਦੇ ਵਿੱਚ ਜਿਹੜੇ ਆ ਮੁਲਕਾਂ ਦੇ ਵੱਲੋਂ ਜਦੋਂ ਇਹ ਪੈਰਿਸ ਅਗਰੀਮੈਂਟ ਹੋਇਆ ਸੀਗਾ, ਉਹਦੇ ਵਿੱਚ ਜਿਹੜਾ ਮੁਲਕਾਂ ਨੇ ਇਸ ਗੱਲ ਤੇ ਅਗਰੀ ਕੀਤਾ ਸੀਗਾ, ਜਿਹੜਾ ਕੰਟਰੀਜ਼ ਵੱਲੋਂ ਜੋ ਕਿ ਇਸ ਦੇ ਵਿੱਚ ਸ਼ਾਮਲ ਸੀਗੇ, ਉਹਨਾਂ ਨੇ ਪੈਰਿਸ ਅਗਰੀਮੈਂਟ ਦੇ ਵਿੱਚ 2015 ਦੇ ਅੰਦਰ ਉਹਨਾਂ ਨੇ ਅਗਰੀ ਕੀਤਾ ਸੀਗਾ ਕਿ ਉਹ ਉਹਨਾਂ ਦੀਆਂ ਜਿਹੜੀਆਂ ਐਫਰਟਸ ਨੇ ਉਹਨੂੰ ਜਿਹੜਾ ਕਰਨਗੇ ਇਸ ਚੀਜ਼ ਨੂੰ ਕਿ ਜਿਹੜਾ ਗਲੋਬਲ ਟੈਂਪਰੇਚਰ ਆ ਉਹ 1.5 ਡਿਗਰੀ ਤੱਕ ਉਹਨੂੰ ਲਿਮਿਟ ਕੀਤਾ ਜਾਵੇ, ਉਹ ਉੱਥੇ ਤੱਕ ਨਾ ਵਧੇ ਜਾਂ ਉਹਦੇ ਤੋਂ ਜ਼ਿਆਦਾ ਨਾ ਵਧੇ। ਸੋ ਇਸ ਕਰਕੇ ਇਹਦੇ ਨਾਲ ਜਿਹੜਾ ਇਸ ਰਿਪੋਰਟ ਦੇ ਮੁਤਾਬਕ 1.5 ਡਿਗਰੀ ਸੈਲਸੀਅਸ ਦਾ ਜਿਹੜਾ ਜਾਣ ਦਾ ਮਤਲਬ ਇਹ ਆ, ਜਾਂ ਇਹ ਕਹਿ ਲਓ ਕਿ ਉੱਥੇ ਤੱਕ ਜਾ ਕੇ ਜਿਵੇਂ ਮੈਂ ਕਿਹਾ ਟੈਂਪਰੇਰੀ ਆ ਦੁਬਾਰਾ ਘਟ ਵੀ ਸਕਦਾ, ਪਰ ਇਸ ਦਾ ਮਤਲਬ ਇਹ ਹੋਵੇਗਾ ਕਿ ਇੱਥੇ ਤੱਕ ਟੈਂਪਰੇਚਰ ਪਹੁੰਚਣ ਦੇ ਨਾਲ ਸਾਨੂੰ ਲੰਬੀਆਂ ਜਿਹੜੀਆਂ ਹੀਟ ਵੇਵਸ, ਭਾਵ ਜਿਹੜਾ ਗਰਮੀ ਦੀ ਇੱਕ ਲਹਿਰ ਆਉਂਦੀ ਆ ਉਹ ਜ਼ਿਆਦਾ ਲੰਬੇ ਸਮੇਂ ਲਈ ਹੋ ਸਕਦੀ ਆ, ਉਹਦੇ ਵਿੱਚ ਉਹ ਜ਼ਿਆਦਾ ਸ਼ਦੀਦ ਹੋ ਸਕਦੀ ਆ, ਤੇ ਜਿਹੜੇ ਤੂਫਾਨ ਹੈ ਉਹ ਮੋਰ ਇੰਟੈਂਸ ਹੋ ਸਕਦੇ ਆ, ਤੇ ਜੰਗਲਾਂ ਦੇ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਉਹਨਾਂ ਦੇ ਵਿੱਚ ਵੀ ਜਿਹੜਾ ਵਾਧਾ ਹੋ ਸਕਦਾ ਆ। ਸੋ ਪਰ ਇਹ ਵੀ ਆ ਇਸ ਗੱਲ ਦੇ ਕਿ ਜੇਕਰ ਇਹ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਸ ਜਿਹੜਾ ਟੈਂਪਰੇਚਰ ਨੂੰ ਟੱਪ ਜਾਂਦਾ ਗਲੋਬਲ ਟੈਂਪਰੇਚਰ, ਇਹਦਾ ਇਹ ਕਤਈ ਮਤਲਬ ਨਹੀਂ ਹੈਗਾ ਕਿ ਜਿਹੜਾ ਪੈਰਿਸ ਲਿਮਿਟ ਜਿਹੜੀ ਤੈਅ ਕੀਤੀ ਗਈ ਸੀ 1.5 ਵਾਲੀ ਉਹ ਟੁੱਟ ਗਈ ਆ। ਜਿਹੜਾ ਵਿਗਿਆਨੀਆਂ ਦਾ ਇਹ ਕਹਿਣਾ ਆ ਕਿ ਹਜੇ ਵੀ ਸਮਾਂ ਆ ਕਿ ਜੇਕਰ ਅਸੀਂ ਆਪਣੇ ਆਪ ਨੂੰ ਜਾਣੀ ਕਿ ਜਿਹੜਾ ਦੁਨੀਆ ਆ ਉਹ ਰਿਸਟ੍ਰਿਕਟ ਕਰਕੇ ਜਿਹੜੀ ਗਲੋਬਲ ਵਾਰਮਿੰਗ ਆ ਉਹਨੂੰ ਹੇਠਾਂ ਲਿਆ ਸਕਦੀ ਆ, ਭਾਵ ਕਿ ਹਜੇ ਵੀ ਸਮਾਂ ਹੈਗਾ। ਬੇਸ਼ੱਕ 1.5 ਡਿਗਰੀ ਸੈਲਸੀਅਸ ਤੱਕ ਪਹੁੰਚ ਵੀ ਜਾਵੇ, ਫਿਰ ਵੀ ਵਿਗਿਆਨੀਆਂ ਦਾ ਇਹ ਕਹਿਣਾ ਕਿ ਅਸੀਂ ਦੁਬਾਰਾ ਇਸ ਨੂੰ ਹੇਠਾਂ ਲਿਆ ਸਕਦੇ ਹਾਂ। ਜਿਹੜੇ ਆਪਣੇ ਇਹ ਕਾਰਬਨ ਐਮਿਸ਼ਨਸ ਆ ਜਿਹੜੇ ਇਹਨਾਂ ਨੂੰ ਕਾਫੀ ਸ਼ਾਰਪਲੀ ਇਹਨਾਂ ਨੂੰ ਘੱਟ ਕਰਕੇ ਅਸੀਂ ਇਸ ਤਾਪਮਾਨ ਨੂੰ ਕਾਬੂ ਦੇ ਵਿੱਚ ਲਿਆ ਸਕਦੇ ਹਾਂ।